ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਨੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਵਿੱਚ ਅਸੀਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਆਓ ਬਨੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਨਾ ਕੇਵਲ ਗੁਰਮਤ ਗੁਰ ਇਤਿਹਾਸ ਦੀ ਜਾਣਕਾਰੀ ਦੇ ਰਿਹਾ ਹੈ, ਇਸ ਦੇ ਨਾਲ ਨਾਲ ਇੱਕ ਜੀਵਨ ਜਾਂਚ ਬਾਰੇ ਵੀ ਦੱਸ ਰਿਹਾ ਹੈ। ਅੱਜ ਸਾਡੇ ਘਰਾਂ ਦੇ ਵਿੱਚ ਕਿਵੇਂ ਲੰਗਰ ਤਿਆਰ ਹੋ ਰਿਹਾ, ਕਿਵੇਂ ਅਸੀਂ ਉਹ ਪਰੰਪਰਾਵਾਂ ਨੂੰ ਰੱਖ ਰਹੇ ਹਾਂ ਜਿਹੜੀਆਂ ਸਾਡੀਆਂ ਪੁਰਾਤਨ ਸਮੇਂ ਵਿੱਚ ਹੁੰਦੀਆਂ ਸਨ, ਕਿਆ ਕਦੀ ਰੱਖੀਆਂ? ਅੱਜ ਇੱਕ ਬੜਾ ਵੱਡਾ ਪ੍ਰਸ਼ਨ ਹੈ। ਮੇਰੇ ਬੜੇ ਹੀ ਪਿਆਰੇ ਮਿੱਤਰ ਸਰਦਾਰ ਹਰਜਿੰਦਰ ਸਿੰਘ ਜੀ ਜਿਹੜੇ ਜਲੰਧਰ ਦੇ ਵਿੱਚ ਨੇ, ਮੈਂ ਉਹਨਾਂ ਦੇ ਗ੍ਰਹਿ ਵਿਖੇ ਗਿਆ ਔਰ ਉਹਨਾਂ ਦੇ ਘਰ ਜਾ ਕੇ ਜੋ ਦੇਖਿਆ ਤੇ ਉਹਨਾਂ ਦੀ ਨੂੰਹ ਰਾਣੀ ਸਿਰ ਢੱਕ ਕੇ ਘਰ ਦਾ ਲੰਗਰ ਤਿਆਰ ਕਰ ਰਹੀ ਹੈ ਔਰ ਉਹ ਲੰਗਰ ਤਿਆਰ ਕਰਦਿਆਂ ਕਰਦਿਆਂ ਨਾਲ ਜਪਜੀ ਸਾਹਿਬ ਦਾ ਪਾਠ ਕਰ ਰਹੀ ਹੈ। ਸੱਚ ਜਾਣਿਓ, ਇਹ ਲੰਗਰ ਪ੍ਰਸ਼ਾਦੇ ਤੇ ਸਬਜ਼ੀ ਕੇਵਲ ਸਬਜ਼ੀ ਤੇ ਪ੍ਰਸ਼ਾਦੇ ਨਹੀਂ ਰਹਿ ਗਏ, ਇਹ ਗੁਰੂ ਦੇ ਉਹ ਦਾਤਾਂ ਬਣ ਗਈਆਂ ਨੇ ਜਿਹੜਾ ਇੱਕ ਸਿੱਖ ਤਰਸਦਾ ਹੈ ਆਪਣੇ ਘਰ ਕੋਲੋਂ ਪ੍ਰਾਪਤ ਕਰਨ ਵਾਸਤੇ। ਉਹਨਾਂ ਦੇ ਬੱਚਿਆਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਆਂ। ਵੱਡਾ ਬੱਚਾ ਡਾਕਟਰ ਹੈ, ਉਹਨਾਂ ਦੀ ਬੇਟੀਆ ਸੌਫਟਵੇਅਰ ਇੰਜੀਨੀਅਰ ਹੈ ਔਰ ਅੱਜ ਅਮਰੀਕਾ ਦੇ ਵਿਚਕਾਰ ਅੱਛੇ ਸ਼ੋਬੇ 'ਚ ਰੁੱਟੀ। ਔਰ ਇਹ ਵੀ ਗੱਲ ਜਾਣਨ ਵਾਲੀ ਕਿ ਦੋਨੋਂ ਦੇ ਦੋਨੋਂ ਬੱਚੇ ਅੰਮ੍ਰਿਤਧਾਰੀ ਗੁਰਸਿੱਖ ਨੇ। ਇਹ ਹੈ ਉਸ ਮਾਂ ਦਾ ਸਿਰ ਢੱਕ ਕੇ ਅੰਮ੍ਰਿਤ ਦੀ ਦਾਤ ਦੇ ਨਾਲ ਉਹ ਲੰਗਰ ਵਿਚਕਾਰ ਬਾਣੀ ਦਾ ਅੰਮ੍ਰਿਤ ਪਾ ਕੇ ਬੱਚਿਆਂ ਨੂੰ ਦੇਣਾ ਔਰ ਉਸ ਅੰਮ੍ਰਿਤ ਨਾਲ ਕਿਹੜੀ ਪਨੀਰੀ ਤਿਆਰ ਹੋ ਰਹੀ ਹੈ, ਇਹ ਸਾਨੂੰ ਇੱਕ ਬੜੀ ਵੱਡੀ ਗੱਲ ਮਿਲਣ ਨੂੰ ਹੈ। ਆਓ ਆਪਣੇ ਘਰਾਂ ਦੇ ਵਿਚਕਾਰ ਇਹਨਾਂ ਪਰੰਪਰਾਵਾਂ ਨੂੰ ਸੁਰਜਿਤ ਕਰੀਏ। ਮੈਂ ਨਹੀਂ ਕਹਿੰਦਾ ਨਵੀਆਂ ਪਰੰਪਰਾਵਾਂ ਨੇ, ਇਹ ਸੁਰਜਿਤ ਕਰੀਏ ਜਿਹੜੀਆਂ ਪਰੰਪਰਾਵਾਂ ਅਸੀਂ ਗਵਾਈ ਜਾ ਰਹੇ ਹਾਂ। ਆਓ ਬਨੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਆਪ ਜੀ ਨੂੰ ਕੇਵਲ ਸਮੇਂ-ਸਮੇਂ 'ਤੇ ਚਿੰਤਨ ਵਾਸਤੇ ਇਹ ਚੀਜ਼ਾਂ ਦੇ ਰਿਹਾ ਹੈ ਔਰ ਸਾਨੂੰ ਆਸ ਹੈ ਜੇ ਇੱਕ ਘਰ ਵਿੱਚ ਵੀ ਕਿਸੇ ਮਾਤਾ ਮੇਰੀ ਭੈਣ ਨੇ ਸਿਰ ਢੱਕ ਕੇ ਤੇ ਬਾਣੀ ਪੜ੍ਹ ਕੇ ਲੰਗਰ ਤਿਆਰ ਕਰ ਲਿਆ ਤੇ ਸਮਝਾਂਗੇ ਕਿ ਸਾਡੇ ਇਤਨੇ ਸਾਰੇ ਐਪੀਸੋਡ ਸਫਲ ਹੋ ਗਏ ਨੇ। ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦਿਆਂ ਹੋਇਆਂ ਸਾਡੇ ਪਿਛਲੇ ਹਫਤੇ ਦੇ ਰੋਲ ਓਵਰ ਪ੍ਰਤੀਯੋਗੀ ਸਰਦਾਰ ਕਸ਼ਮੀਰ ਸਿੰਘ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਛਲੇ ਹਫਤੇ ਆਪ ਜੀ ਸਾਡੇ ਨਾਲ ਇਸ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਏ ਸੀ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਹਫਤੇ ਵੀ ਆਪਾਂ ਗੱਲ ਕੀਤੀ ਸੀ। ਇਹ ਨੌਜਵਾਨ ਕੁਝ ਸਮਾਂ ਪਹਿਲਾਂ ਕਲੀਨ ਸ਼ੇਵਨ ਯਾਨੀ ਕਿ ਕੇਸਾਧਾਰੀ ਨਹੀਂ ਸੀ ਔਰ ਗੁਰ ਇਤਿਹਾਸ ਔਰ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦੇਖ ਕੇ ਇਹਨਾਂ ਦੇ ਮਨ ਵਿੱਚ ਜੋਤ ਜਗੀ ਕਿ ਮੈਂ ਆਪਣੇ ਆਪ ਨੂੰ ਸਿੱਖੀ ਵਿੱਚ ਦੁਬਾਰਾ ਤੋਂ ਘਰ ਵਿੱਚ ਵਾਪਸ ਆਉਣਾ ਹੈ। ਅਗਰ ਸੱਚ ਜਾਣਿਓ, ਇਹੋ ਜਿਹੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਵੀਰ ਜਦੋਂ ਇਤਿਹਾਸ ਤੇ ਵਿਰਸੇ ਨਾਲ ਜੁੜ ਕੇ ਵਾਪਸ ਘਰ ਕਰਦੇ ਨੇ, ਵਾਪਸੀ ਆਉਂਦੇ ਨੇ, ਤੇ ਸੱਚਮੁੱਚ ਗੁਰਮੁਖ ਸ਼ਬਦ ਕਿਹਾ ਜਾ ਸਕਦਾ ਹੈ ਇਹਨਾਂ ਵਾਸਤੇ। ਮੈਂ ਐਸੇ ਨੌਜਵਾਨ ਨੂੰ ਸੈਲਿਊਟ ਕਰਦਾ ਹਾਂ ਔਰ ਇਹ ਮਿਸਾਲ ਨੇ ਸਾਡੀ ਕੌਮ ਵਾਸਤੇ, ਨੌਜਵਾਨਾਂ ਵਾਸਤੇ ਕਿ ਅੱਜ ਭਟਕਣ ਦੀ ਲੋੜ ਨਹੀਂ। ਤੁਸੀਂ ਆਪਣੇ ਪ੍ਰੋਫੈਸ਼ਨ ਦੇ ਅੰਦਰ ਪਰਫੈਕਟ ਹੋ ਜਾਓ। ਜਿਸ ਪ੍ਰੋਫੈਸ਼ਨ 'ਚ ਤੁਸੀਂ ਪਰਫੈਕਟ ਹੋ, ਦੁਨੀਆ ਤੁਹਾਨੂੰ ਤੁਹਾਡੇ ਉਸ ਸਰੂਪ ਦੇ ਅੰਦਰ ਪ੍ਰਵਾਨ ਕਰਦੀ ਹੈ। ਇਹ ਮਤ ਸੋਚਣਾ ਕਿ ਤੁਸੀਂ ਸਰੂਪ ਬਦਲਣ ਦੇ ਨਾਲ ਪਰਫੈਕਟ ਹੋ ਸਕਦੇ ਹੋ। ਤੁਸੀਂ ਪਰਫੈਕਟ ਰਹਿ ਕੇ ਵੀ ਆਪਣੇ ਸਰੂਪ ਨੂੰ ਅੱਗੇ ਵਧਾ ਸਕਦੇ ਹੋ। ਅੱਜ ਡਾਕਟਰ ਮਨਮੋਹਨ ਸਿੰਘ ਜੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਨੇ। ਉਹ ਉਹਨਾਂ ਦੀ ਪਰਫੈਕਸ਼ਨ ਸੀ, ਉਹ ਉਹਨਾਂ ਦੀ ਲਿਆਕਤ ਸੀ ਜਿਸ ਨੇ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾਇਆ। ਸੋ ਇਸ ਕਰਕੇ ਇਹ ਬੜੀ ਅੱਛੀ ਗੱਲ ਹੈ ਔਰ ਨੌਜਵਾਨਾਂ ਵਾਸਤੇ ਵੀ ਹੈ ਕਿ ਹੀਨ ਭਾਵਨਾ ਨਾ ਲਿਆਓ। ਸੋ ਅੱਜ ਦੀ ਪ੍ਰਤੀਯੋਗਤਾ ਨੂੰ ਪ੍ਰਾਰੰਭ ਕਰਦਿਆਂ ਹੋਇਆਂ ਮੈਂ ਤੁਹਾਨੂੰ ਪਿਛਲੇ ਹਫਤੇ ਇਹਦੇ ਰੂਲਸ ਦੱਸ ਦਿੱਤੇ ਸਨ। ਤਾਂ ਕਸ਼ਮੀਰ ਸਿੰਘ ਜੀ, ਅਗਰ ਆਪ ਆਗਿਆ ਦਿਓ ਤੇ ਆਪ ਪ੍ਰਸ਼ਨਾਂ ਦੀ ਇਹ ਕੜੀ ਨੂੰ ਸ਼ੁਰੂ ਕੀਤਾ ਜਾਵੇ। ਹਾਂਜੀ। ਸੋ ਕੰਪਿਊਟਰ ਜੀ, ਸਰਦਾਰ ਕਸ਼ਮੀਰ ਸਿੰਘ ਜੀ ਜਿਹੜੇ ਕਿ ਮਾਛੇਵਾੜੇ ਦੀ ਪਵਿੱਤਰ ਧਰਤੀ ਦੇ ਨਾਲ ਸੰਬੰਧਿਤ ਉਸ ਧਰਤੀ ਤੋਂ ਅੱਜ ਸਾਡੇ ਕੋਲ ਆਏ ਨੇ ਔਰ ਡਿਸਟ੍ਰਿਕਟ ਲੁਧਿਆਣਾ ਤੋਂ ਨੇ। ਮੈਂ ਇਹਨਾਂ ਨੂੰ ਆਪ ਜੀ ਨੂੰ ਬੇਨਤੀ ਕਰਾਂਗਾ
कि इन्हां नूं इस प्रतियोगिता का पहला प्रश्न दिता जाए। विच ऑफ द फॉलोइंग इज़ नॉट ए मिसडीड फॉर ए सिख। जिहड़ियां थल्ले दित्तियां गईयां गल्लां ने इन्हां विचों किहड़ी मिसडीड नहीं है, यानी कि एक सिख नूं नहीं करनी चाहिए। ए कटिंग हेयर, बी कंज्यूमिंग इंटॉक्सिकेटिंग, सी बी मैरी, डी अडल्टरी। यानी कि एक सिख वास्ते हेठ लिखियां विचों किहड़ा गलत काम नहीं है। ए केसां नूं कटना, बी नशीली दवाइयां नूं वरतना, सी विआह कराउणा, डी व्यभिचार। ਵਿਆਹ ਕਰਾਉਣਾ ਸੀ। ऑप्शन सी लॉक की जाए। कंप्यूटर जी ऑप्शन सी लॉक किया जाए। ये ठीक उत्तर है। तुसी घबरा क्यों रहे सी? तुसी प्रश्न नूं ध्यान नाल सुनो और सुनन तो बाद तुसी उहदा उत्तर दिओ। तुहानूं बार-बार दस्सिया जा रहा सी कि ये जिहड़ियां ऑप्शनस ने इहदे विचों किहड़ा काम जिहड़ा है वो गलत काम नहीं है। तो आनंद कारज यानी विआह करना जिहड़ा है सिख धर्म विचकार केसां की बेदबी करना या नशीली दवावां नूं वरतना या व्यभिचार करना, ये तीनों चीज़ां जिहड़ियां ने वो अलाउड नहीं हैं। और विआह करना यानी जिन्होंने आनंद कारज कहने आ, गृहस्थ विच रह के गुरु नानक साहब सच्चे पातशाह ने सिक्खी का सिद्धांत दिता है, गृहस्थ विच रह के। बिल्कुल ठीक उत्तर है। अगला प्रश्न मैं बेनती करांगा जी। वॉट डस घल्लूघारा मीन? घल्लूघारा का की अर्थ है? तुहाड़ियां ऑप्शनस ने ए हॉलोकास्ट, बी वार, सी डेथ, डी मास डिस्ट्रक्शन। ऑप्शन ए सर्वनाश। सर्वनाश लॉक किया जाए। तो कंप्यूटर जी ऑप्शन ए नूं लॉक किया जाए। ये उत्तर तुसी ठीक समझते हो? जी हाँ जी। वड्डे पैमाने ते तबाही ते सर्वनाश कुछ मिलते जुलते शब्द नहीं? नहीं, आई एम श्योर ए ऑप्शन ए। सो साहब कश्मीर सिंह जी तुहाडा उत्तर बिल्कुल ठीक है। सर्वनाश घल्लूघारा यानी कि जदों कोई दुश्मन किसी बंदे का सर्वनाश कर देने की भावना रखता है, उसनूं असी अपने इतिहास की विचकार जिहड़ा शब्द वरत्या वो घल्लूघारा है। कि जदों भी घल्लूघारा होया तो विरोधी ने उस समुदाय का मतलब सर्वनाश करने की कोशिश की है। और फिर भी अकाल पुरख की कृपा नाल वड्डा घल्लूघारा, छोटा घल्लूघारा, 1984 का कतलेआम, इन्हां सारियां चीज़ों विचों कौम जिहड़ी है उभर के बाहर आई है। और गुरु कृपा दे नाल एक खालसा जिहड़ा सजिया है हमेशा सुरजित रहेगा और जागदा रहेगा। लेकिन इतिहास के जिहड़े अखर ने ये सानू याद रखने चाहिए ने। बहुत अच्छी गल है। सो मैं हुण बेनती करांगा कंप्यूटर जी नूं अगला प्रश्न दिता जाए। आइडेंटिफाई द फेमस सिख परसनैलिटी। हुण एक तुहानूं व्यक्ति, महान व्यक्ति का चित्र दिखाया जाएगा। वो देखने तो बाद तुहानूं कुछ समय तुहाडा चित्र तुहाडे उत्ते रहेगा सामने। उस तो बाद तुसीं उहदियां ऑप्शन दित्तियां जाणगियां, तुहानूं दसना पएगा कि इहदा आंसर की हैगा। ते पिक्चर तुहाडे सामने है। तुहाडीआं ऑप्शन ने ए भाई वीर सिंह, बी वीर भुपिंदर सिंह, सी बलविंदर सिंह, डी भाई रणधीर सिंह। 50-50। 50-50। कंप्यूटर जी टाइम नूं रोकता जाए और ये ऑप्शन जिहड़ी है 50-50 करके दो आंसर इहदे विचों गलत हटा दिते जान। सी बलविंदर सिंह, डी भाई साहब भाई रणधीर सिंह। भाई रणधीर सिंह। ऑप्शन डी नूं लॉक किया जाए और दस्या जाए कि उत्तर ठीक है कि गलत है। तो कश्मीर सिंह जी तुहाडे कोल 2 लाइफ लाइन भी पईयां सन और चित्र भी तुसीं बड़े ध्यान नाल देखिया सी और तुहाडा उत्तर जिहड़ा है बिल्कुल ठीक है। तुसीं कॉन्फिडेंस लूज ना करना। मैं तुहाडे चेहरे नूं पढ़ रहा वां। इस वेले हर दर्शक
सरदार कश्मीर सिंह की कुर्सी ते बैठा होया है और हर दर्शक ये महसूस कर रहा है कि ये प्रश्न का उत्तर मैनू आंदा है, यानी कि कश्मीर सिंह नूं आंदा है। तो नर्वस नहीं होना, सवाल का जवाब बड़े विश्वास ना दिओ। भाई साहब भाई रणधीर सिंह अज अखंड कीर्तनी जत्थे दे जिहड़ा कि पूरे दुनिया के विचकार कीर्तन की परंपरा के नाल संगतां नूं जोड़ रहे हैं। भाई साहब भाई रणधीर सिंह होरी उहदे संस्थापक सन अखंड कीर्तनी जत्थे, और उन्हां दे कोलों जो कीर्तन का सरवण करते हैं तो वह एक अपना ही आनंद महसूस होंदा है। कीर्तन तो हर रागी अच्छे तरीके नाल कीर्तन करता है, असीं सारिआं दा सन्मान करते हैं, लेकिन जिहड़ा मिठ प्यार और मिठास अखंड कीर्तनी जत्थे दे अंदर जत्थे विच सानूं मिलती है वो आनंद एक अपने आप च आनंद है। बहुत अच्छा जवाब दिता। मैं बेनती करांगा कंप्यूटर जी नूं अगला प्रश्न दिता जाए। विच सिख गुरु वॉज मार्टर्ड बाय जहांगीर? जहांगीर वालों किहड़े गुरु साहिब की शहीदी करवाई गई सी? गुरु अर्जन देव जी, गुरु हरगोबिंद जी, गुरु हर राय जी, गुरु तेग बहादुर जी? ऑप्शन ए गुरु अर्जन साहब जी। ये ऑप्शन लॉक की जाए? हाँ जी। इतिहास पढ़िया? हाँ जी। पक्की गल? हाँ जी। समा भी बहुत है, 2 लाइफ लाइन भी पईयां आई एम श्योर। श्योर? तो कंप्यूटर जी ता कश्मीर सिंह जी कहते हैं कि ऑप्शन ए यानी कि गुरु अर्जन साहिब जी की जिहड़ी ये है इसनूं लॉक किया जाए, और ये जवाब सरदार कश्मीर सिंह जी ने ठीक दिता है कि गलत? देखांगे एक छोटे जे ब्रेक तो बाद। कश्मीर सिंह होरां दे सामने एक प्रश्न है कि जहांगीर दे आदेश दे नाल किहड़े गुरु साहब नूं शहीद किया गया सी? उहदियां 4 ऑप्शन सन। गुरु अर्जन साहिब जी, गुरु हर राय साहिब जी, गुरु हरगोबिंद साहिब जी, गुरु तेग बहादुर जी। और इन्हां ने उत्तर दिता है गुरु अर्जन साहिब जी। ये उत्तर ठीक है कि गलत? मिलते हाँ एक छोटे जे ब्रेक तो बाद कि क्या सा कश्मीर सिंह इस गेम तो बाहर हो गए ने कि इस गेम विच बने हुए ने? तुसी इस तरह ही बने रहो, फिर मिलते हैं एक छोटे जे ब्रेक तो बाद। इस ब्रेक विचकार आप जी नूं एक ऑडियंस क्वेश्चन पूछा जाएगा। ये ऑडियंस क्वेश्चन आप घर बैठे ही आओ बनिए गुरसिख प्यारा दे इस प्रोग्राम और इस परिवार के नाल जुड़ सकते हो। आप जी ने इसका उत्तर SMS राही, फेसबुक के उत्ते और WhatsApp के उत्ते दे सकते हो। आप जी के उत्तर सही पाए जानते आप जी नूं इसका इनाम आप जी के घर भेजा जाएगा, और इसका उत्तर असी अगले हफ्ते के प्रोग्राम दे विच आप जी नूं दसांगे कि इसका सही उत्तर की सी। तो बने रहो साडे नाल इस प्रोग्राम दे विच। आओ बनिए गुरसिख प्यारा। ये क्या सुना रहा है? सर आप लोग मैच खेलने जा रहे हैं ना, इसलिए कामयाबी की घंटी सुना। नया पॉकेट सर्फर ₹1999 से शुरू एंड्रॉइड स्मार्टफोन के साथ 1 साल का इंटरनेट फ्री। How many women missionaries were trained by Guru Amardas ji? आप दे ऑप्शन सन 14, 52, 80 या 100। आप जी अपने जवाब स्क्रीन ते फ्लैश कीते प्रोसीजर अनुसार भेज सकते हो। सारे विनर्स नूं प्राइज़ भेजे जाणगे। ठीक आंसर जानन लई साडा अगला क्विज शो देखो जी। वेलकम बैक।
ਅਸੀਂ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਵਿੱਚ ਸਰਦਾਰ ਕਸ਼ਮੀਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਨੇ ਉੱਤਰ ਦਿੱਤਾ ਸੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਆਪਸ਼ਨ ਏ ਗੁਰੂ ਅਰਜਨ ਸਾਹਿਬ ਜੀ ਐਂਡ ਇਹ ਬਿਲਕੁਲ ਠੀਕ ਉੱਤਰ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਨੇ ਤੱਤੀ ਲੋਹ ਤੇ ਬਿਠਾ ਕੇ ਲਾਹੌਰ ਵਿਖੇ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਹੈ ਤੱਤੀ ਲੋਹ ਤੇ ਬਿਠਾ ਕੇ ਉੱਤੇ ਗਰਮ ਰੇਤਾ ਪਾ ਕੇ ਸ਼ਹੀਦ ਕਰ ਦਿੱਤਾ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਜੋ ਫਿਲਾਸਫੀ ਔਰ ਵਿਚਾਰਧਾਰਾ ਸੀ ਉਸ ਦੇ ਲਈ ਕੌਮ ਨੂੰ ਇੱਕ ਗ੍ਰੰਥ ਤੇ ਪੰਥ ਨੂੰ ਹਰਿਮੰਦਰ ਸਾਹਿਬ ਦਿੱਤਾ ਸੀ ਔਰ ਕੌਮ ਵਾਸਤੇ ਇਹ ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਹੁੰਦੀਆਂ ਨੇ। ਔਰ ਜਹਾਂਗੀਰ ਦੀ ਆਪਣੀ ਜਿਹੜਾ ਰੋਜ਼ਨਾਮਚਾ ਹੈ ਉਸ ਵਿੱਚ ਉਸਨੇ ਆਪ ਲਿਖਿਆ ਹੈ, ਉਸਨੇ ਆਪ ਲਿਖਵਾਇਆ ਹੈ, ਇਤਿਹਾਸ ਦੇ ਵਰਕਿਆਂ 'ਤੇ ਹੈ ਕਿ ਉਸ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਆਪਣੇ ਧਰਮ ਦਾ ਨਾਮ ਲੈ ਕੇ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਔਰ ਇਸ ਕਰਕੇ ਉਹਨਾਂ ਨੂੰ ਤੱਤੀ ਲੋਹ 'ਤੇ ਬਿਠਾ ਕੇ ਉੱਤੇ ਗਰਮ ਰੇਤਾ ਪਾ ਕੇ ਉਹਨਾਂ ਨੂੰ ਸ਼ਹੀਦ ਕਰਤਾ ਗਿਆ। ਅਤੇ ਸਾਈਂ ਮੀਆਂ ਮੀਰ ਨੇ ਕੋਲੋਂ ਕਿਹਾ ਸੀ ਕਿ ਮੈਂ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ, ਲੇਕਿਨ ਗੁਰੂ ਸਾਹਿਬ ਜੀ ਨੇ ਇੱਕੋ ਗੱਲ ਕਹੀ ਸੀ ਹੈ, ਤੇਰਾ ਭਾਣਾ ਮੀਠਾ ਲਾਗੇ। ਤੱਤੀ ਲੋਹ 'ਤੇ ਬੈਠ ਕੇ ਵੀ ਉਹ ਸ਼ਹਾਦਤ ਪਾ ਗਏ, ਲੇਕਿਨ ਉਹਨਾਂ ਨੇ ਆਪਣੇ ਸੰਯਮ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਹਮੇਸ਼ਾ ਰੱਖਿਆ। ਬਹੁਤ ਅੱਛੀ ਗੱਲ। ਸੋ ਅਗਲਾ ਪ੍ਰਸ਼ਨ, ਗੁਰੂ ਨਾਨਕ ਜੀ ਵਾਸ ਨੋਨ ਬਾਈ ਵਿਚ ਨੇਮ ਇਨ ਮੱਕਾ। ਮੱਕਾ ਵਿੱਚ ਗੁਰੂ ਨਾਨਕ ਸਾਹਿਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਇਹ ਲੈਵਲ ਦਾ ਤੁਹਾਡਾ ਜਿਹੜਾ ਪ੍ਰਸ਼ਨ ਹੈ, ਆਖਰੀ ਪ੍ਰਸ਼ਨ ਹੈ। ਇਸ ਤੋਂ ਇਨਾਮ ਜਿੱਤ ਕੇ ਜਾਓਗੇ ਵੱਡਾ ਬਾਬਾ, ਵਲੀ ਹਿੰਦ, ਨਾਨਕ ਆਚਾਰਿਆ, ਨਾਨਕ ਰਹੀਮ। मैं अपने फ्रेंड तो पूछना चाहना। ਤੁਸੀਂ ਆਪਣੇ ਪਿੰਡ ਤੋਂ ਪੁੱਛਣਾ ਚਾਹੁੰਦੇ ਹੋ। ਸੋ ਟਾਈਮ ਰੋਕ ਦਿੱਤਾ ਜਾਵੇ। ਸਾਹ ਕਸ਼ਮੀਰ ਸਿੰਘ ਜੀ ਆਪਣੇ ਜਿਹੜੇ ਨਾਲ ਆਏ ਨੇ ਫਰੈਂਡ ਯਾਨੀ ਦੋਸਤ, ਉਹਨਾਂ ਦੀ ਮਦਦ ਲੈਣਾ ਚਾਹੁੰਦੇ ਨੇ। ਸਾਹ ਕਸ਼ਮੀਰ ਸਿੰਘ ਜੀ, ਨਿਯਮ ਅਨੁਸਾਰ ਤੁਹਾਨੂੰ ਇਸ ਚੀਜ਼ ਵਾਸਤੇ ਅਧਿਕਾਰ ਹੈ ਕਿ ਤੁਸੀਂ ਆਪਣੇ ਆਏ ਹੋਏ ਸਾਥੀ ਔਰ ਸਹਿਯੋਗੀ ਕੋਲੋਂ ਇਸ ਪ੍ਰਸ਼ਨ ਦਾ ਉੱਤਰ ਪੁੱਛ ਸਕਦੇ ਹੋ। हाँ जी गुलाब सिंह जी, आप जी के अकॉर्डिंग कि मैं किहड़े आंसर दे नाल जावां? हाँ जी कश्मीर सिंह जी ऑप्शन बी नाल जाओ, बिल्कुल सही। सरदार जी ऑप्शन बी। ਆਪਸ਼ਨ ਬੀ। हाँ जी ਕਿਰਪਾ ਕਰਕੇ ਕੰਪਿਊਟਰ ਜੀ ਆਪਸ਼ਨ ਬੀ ਨੂੰ ਲੌਕ ਕਰਕੇ ਇਹ ਦੱਸਿਆ ਜਾਏ ਕਿ ਆਨਸਰ ਠੀਕ ਹੈ ਕਿ ਗਲਤ। ਤੁਹਾਨੂੰ ਆਪਣੇ ਮਿੱਤਰ ਤੇ ਪੂਰਾ ਵਿਸ਼ਵਾਸ ਹੈ जी हाँ जी ਕਿ ਉਹ ਠੀਕ ਉੱਤਰ ਦਿੱਤਾ ਹੋਏਗਾ? हाँ जी ਹੈ हाँ जी ਉਹ ਵੀ ਇਤਿਹਾਸ ਦੀ ਜਾਣਕਾਰੀ ਰੱਖਦੇ ਨੇ थोड़ी बहुत ਕਿਉਂਕਿ ਇਹ ਇਹੋ ਜਿਹਾ ਇੱਕ ਬੜਾ ਇੰਟਰਨੈਸ਼ਨਲੀ ਨੋਨ ਵਰਡ ਹੈ ਜਿਸ ਕਰਕੇ ਬੜਾ ਸੰਜੀਦਗੀ ਨਾਲ ਸੋਚਣ ਦੀ ਲੋੜ ਸੀ ਔਰ ਤੁਸੀਂ ਦੂਸਰੀ ਲਾਈਫਲਾਈਨ ਇਸਤੇਮਾਲ ਕੀਤੀ ਹੈ ਔਰ ਤੁਹਾਡੇ ਮਿੱਤਰ ਦੇ ਸਹਿਯੋਗ ਦੇ ਨਾਲ ਤੁਹਾਡਾ ਆਨਸਰ ਬਿਲਕੁਲ ਠੀਕ ਹੈ। ਤਾਂ ਕਸ਼ਮੀਰ ਸਿੰਘ ਜੀ ਮੁਬਾਰਕ ਹੈ, ਕੰਪਿਊਟਰ ਤੁਹਾਨੂੰ ਮੁਬਾਰਕਬਾਦ ਦੇ ਰਿਹਾ ਹੈ ਕਿ ਤੁਸੀਂ ਪਹਿਲਾ ਲੈਵਲ ਇਸ ਪ੍ਰਤੀਯੋਗਤਾ ਦਾ ਪਾਰ ਕਰ ਲਿਆ ਔਰ ਤੁਸੀਂ ਇੱਥੋਂ ਦੀ ਕੁਛ ਨਾ ਕੁਛ ਇਨਾਮ ਜ਼ਰੂਰ ਜਿੱਤ ਕੇ ਜਾਓਗੇ। ਲੇਕਿਨ ਕੋਸ਼ਿਸ਼ ਕਰੋ ਬੜੀ ਸੰਜੀਦਗੀ ਦੇ ਨਾਲ, ਜਿੱਦਾਂ ਪਹਿਲਾਂ ਤੁਸੀਂ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਹੋ, ਇਹਨੂੰ ਕੰਟੀਨਿਊ ਬਣਾਈ ਰੱਖੋ, ਸੋਚ ਸਮਝ ਕੇ ਜਵਾਬ ਦੇਣਾ। ਲੇਕਿਨ ਇੱਕ ਗੱਲ ਯਾਦ ਰੱਖਣਾ ਕਿ ਤੁਸੀਂ ਆਪਣੀਆਂ 2 ਲਾਈਫਲਾਈਨ ਇਸਤੇਮਾਲ ਕਰ ਚੁੱਕੇ ਹੋ। ਹੁਣ ਕੇਵਲ ਇੱਕ ਲਾਈਫਲਾਈਨ ਤੁਹਾਡੇ ਕੋਲ ਹੈ। ਕਿ ਆਪ ਅਗਲੇ ਲੈਵਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ? जी हाँ जी तो कंप्यूटर जी अगला लेवल का प्रश्न थोड़े सामने। विद ओनली 2% Sikh population, what was the representation of Sikhs in the Indian Army at the beginning of World War I? यानी कि पहले विश्व युद्ध दे विच सिखां दी जो कि 2% पापूलेशन होवे, किन्ना हिस्सा सी सिखां दा पहली वर्ल्ड वार दी आर्मी, इंडियन आर्मी दे विच? ਤੁਹਾਡੇ ਆਪਸ਼ਨਸ ਨੇ A 2%, B 22%, C 50%, D 80%। यानी कि 2%, 22%, 50% यानी 80%। ऑप्शन डी 80%। 80%? हाँ जी सोच के जवाब दे रहे हो? हाँ जी ਤੁਹਾਡੇ ਕੋਲ ਲਾਈਫ ਲਾਈਨ ਵੀ ਹੈ, ਲੈ ਸਕਦੇ ਹੋ, ਨਹੀਂ ਤਾਂ ਮੈਨੂੰ ਕਹਿੰਦੇ ਹੋ ਤਾਂ ਮੈਂ ਲੌਕ ਕਰ ਸਕਦਾ ਹਾਂ। एक्सपर्ट एडवाइस। एक्सपर्ट एडवाइस। ਐਕਸਪਰਟ ਐਡਵਾਈਸ। हाँ जी ਸੋ ਸਮੇਂ ਦੀ ਸੀਮਾ ਨੂੰ ਰੋਕਿਆ ਜਾਂਦਾ ਹੈ। ਸਰਦਾਰ ਕਸ਼ਮੀਰ ਸਿੰਘ ਜੀ ਆਪਣੀ ਤੀਸਰੀ ਲਾਈਫ ਲਾਈਨ यानी कि
ਐਕਸਪਰਟ ਐਡਵਾਈਸ ਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ। ਅੱਜ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਜੀਕੇ, ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਮਨਜੀਤ ਸਿੰਘ ਜੀ, ਕਿ ਸਰਦਾਰ ਕਸ਼ਮੀਰ ਸਿੰਘ ਜੀ, ਜਿਹੜੇ ਕਿ ਮਾਛੇਵਾੜੀ ਦੀ ਧਰਤੀ ਤੋਂ ਆਏ ਨੇ, ਲੁਧਿਆਣੇ ਤੋਂ, ਔਰ ਇਸ ਪ੍ਰਸ਼ਨ ਤੁਹਾਡੇ ਸਾਹਮਣੇ ਹੈ, ਆਪਸ਼ਨ ਤੁਹਾਡੇ ਸਾਹਮਣੇ ਨੇ। ਇਹਨਾਂ ਨੂੰ ਕਿਰਪਾ ਕਰਕੇ ਮਦਦ ਕਰਨ ਦੀ ਕਿਰਪਾਲਤਾ ਕਰੋ ਕਿ ਕਿਹੜੀ ਆਪਸ਼ਨ ਨਾਲ ਜਾਣ। ਮੈਂ ਸਮਝਦਾ ਵਾਂ ਪਹਿਲੇ ਤਾਂ ਵਧਾਈ ਦਿਆਂਗਾ ਸਾਰ ਕਸ਼ਮੀਰ ਸਿੰਘ ਹੋਰਾਂ ਨੂੰ, ਜਿਹੜੇ ਇਸ ਪੜਾਅ ਤੱਕ ਪਹੁੰਚ ਗਏ ਨੇ ਕਾਫੀ ਸਵਾਲਾਂ ਦੇ ਕਾਮਯਾਬੀ ਨਾਲ ਸਹੀ ਜਵਾਬ ਦੇ ਕੇ। ਦੂਜੀ ਗੱਲ, ਸਿੱਖ ਇੱਕ ਮਾਰਸ਼ਲ ਰੇਸ ਹੈ। ਹਿੰਦੁਸਤਾਨ ਦੀ ਆਰਮੀ 'ਚ ਕਿਸੇ ਵੇਲੇ ਅਸੀਂ 35% ਹੁੰਦੇ ਸੀਗੇ, ਔਰ ਮੈਂ ਸਮਝਦਾ 2% ਤੋਂ ਘੱਟ ਆਬਾਦੀ ਹੋਣ ਦੇ ਬਾਵਜੂਦ ਅਸੀਂ ਮੁਲਕ ਦੀ ਸਰਹੱਦਾਂ ਲਈ ਹਮੇਸ਼ਾ ਲੜੇ ਹਾਂ, ਹਿੰਦੁਸਤਾਨ ਲੜੇ ਹਾਂ। ਖਾਲੀ ਇੱਥੇ ਹੀ ਨਹੀਂ, ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਫਸਟ ਵਰਲਡ ਵਾਰ ਦਾ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੀ ਆਰਮੀ ਨੂੰ ਅੰਗਰੇਜ਼ਾਂ ਨੇ ਅਡਾਪਟ ਕਰ ਲਿਆ ਸੀ, ਔਰ ਇਹ ਬਾਹਰ ਜਾ ਕੇ ਜੋ ਜੰਗਾਂ ਸਿੱਖ ਰੈਜੀਮੈਂਟਸ ਨੇ ਜਿੱਤੀਆਂ ਨੇ, ਇਹ ਬਹੁਤ ਮਾਰਕੇ ਦੀਆਂ ਜੰਗਾਂ ਸੀਗੀਆਂ। ਔਰ ਹੁਣ ਬ੍ਰਿਟਿਸ਼ ਪਾਰਲੀਮੈਂਟ ਦੇ ਸਾਹਮਣੇ ਪਹਿਲੀ ਵਰਲਡ ਵਾਰ ਦਾ ਯਾਦਗਾਰ ਮੈਮੋਰੀਅਲ ਜਿਹੜੀ ਹੈ ਕੁਈਨ ਨੇ ਸਿੱਖਾਂ ਨੂੰ ਸਮਰਪਿਤ ਕੀਤੀ ਹੈ, ਕਿ ਸਿੱਖਾਂ ਦਾ ਰੋਲ ਉਸ ਆਰਮੀ 'ਚ। ਔਰ ਤੁਹਾਡਾ ਜਿਹੜਾ ਸਵਾਲ ਹੈ, ਮੇਰਾ ਖਿਆਲ ਹੈ ਕਿ ਤੁਸੀਂ ਆਪਸ਼ਨ ਬੀ ਦੇ ਨਾਲ ਜਾਓ। ਮੇਰਾ ਖਿਆਲ ਇਹ ਠੀਕ ਜਵਾਬ ਹੋਏਗਾ। ਸਰਦਾਰ ਮਨਜੀਤ ਸਿੰਘ ਜੀ ਜੀਕੇ ਕਹਿੰਦੇ ਨੇ ਕਿ ਤੁਹਾਨੂੰ ਆਪਸ਼ਨ ਬੀ ਨਾਲ ਜਾਣਾ ਚਾਹੀਦਾ ਹੈ। ਹੁਣ ਤੁਸੀਂ ਇਹ ਫੈਸਲਾ ਕਰੋ ਕਿ ਕਿਆ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਦੇ ਉੱਤਰ ਦੇ ਨਾਲ ਤੁਸੀਂ ਜਾਣਾ ਚਾਹੋਗੇ ਜਾਂ ਤੁਸੀਂ ਕਿਸੇ ਹੋਰ ਆਪਸ਼ਨ ਨਾਲ ਜਾਣਾ ਚਾਹੋਗੇ। ਕੰਪਲਸ਼ਨ ਤੁਹਾਡੇ ਤੇ ਕੋਈ ਨਹੀਂ ਹੈ, ਇਹ ਸਾਡਾ ਇੱਕ ਰੂਲ ਹੈ ਜਿਹਦੇ ਤਹਿਤ ਤੁਹਾਡੇ ਸਾਹਮਣੇ ਰੱਖਿਆ ਪ੍ਰਸ਼ਨ। ऑप्शन बी। हाँ जी ਆਪਸ਼ਨ ਬੀ ਨਾਲ हाँ जी ਲੌਕ ਕਰ ਦਈਏ। हाँ जी ਤੋ ਆਪਸ਼ਨ ਬੀ ਨੂੰ ਲੌਕ ਕੀਤਾ ਜਾਵੇ। ਤੁਸੀਂ ਪਹਿਲਾਂ ਕਹਿ ਰਹੇ ਸੋ ਕਿ 80%। मैं थोड़ा मिसरीड करके क्वेश्चन मैं सोचा भी कि अपने इंडिपेंडेंस ਦੇ ਵਿੱਚ ਭਾਰਤ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਮੈਂ ਬੜੇ ਸਾਫ਼ ਸ਼ਬਦਾਂ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ, ਪਹਿਲੇ ਵਿਸ਼ਵ ਯੁੱਧ ਦੇ ਅੰਦਰ 2% ਸਿੱਖਾਂ ਦੀ ਪਾਪੂਲੇਸ਼ਨ ਹੁੰਦਿਆਂ ਹੋਇਆਂ ਭਾਰਤੀ ਆਰਮੀ ਦੇ ਵਿੱਚ ਕਿਤਨੇ ਸਿੱਖਾਂ ਨੇ ਹਿੱਸਾ ਲਿਆ ਸੀ, ਉਹਦੀ ਪਰਸੈਂਟੇਜ ਕੀ ਸੀ। ਤੋ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਨੇ ਤੁਹਾਨੂੰ ਕਿਹਾ ਸੀ ਕਿ ਆਪਸ਼ਨ ਬੀ ਨਾਲ ਜਾਣਾ ਚਾਹੀਦਾ ਹੈ। ਆਪ ਜੀ ਨੂੰ ਮੈਂ ਦੱਸਣਾ ਚਾਹਾਂਗਾ ਕਿ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਦਾ ਉੱਤਰ ਬਿਲਕੁਲ ਠੀਕ ਹੈ, ਔਰ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਜੀਕੇ ਦਾ, ਜਿਨ੍ਹਾਂ ਨੇ ਕਿ ਸਰਦਾਰ ਕਸ਼ਮੀਰ ਸਿੰਘ ਜੀ ਨੂੰ ਇਸ ਖੇਡ ਵਿੱਚ ਔਰ ਇਸ ਪ੍ਰਤੀਯੋਗਤਾ ਦੇ ਗਿਆਨ ਸਾਗਰ ਦੇ ਸਰੋਵਰ ਤੋਂ ਇਹਨਾਂ ਨੂੰ ਉਭਾਰ ਕੇ ਇਸ ਖੇਡ ਵਿੱਚ ਅੱਗੇ ਖੜਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। Thank you। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ ਨੂੰ ਵਿਸ਼ ਵੀ ਕਰਦਾ ਵਾਂ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਔਰ ਇਹ ਸਹੀ ਜਵਾਬ ਦੇਣ, ਔਰ ਜੇ ਪ੍ਰਤੀਯੋਗਤਾ ਜਿੱਤਣ, ਗੁਰੂ ਮਹਾਰਾਜ ਮਿਹਰ ਰੱਖੇ। ਸੋ 22% ਯਾਨੀ ਕਿ 22% ਵਰਲਡ ਵਾਰ ਪਹਿਲੀ ਜਿਹੜੀ ਵਿਸ਼ਵ ਯੁੱਧ ਹੋਇਆ ਸੀ, ਉਦੋਂ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਹੈ ਸਿੱਖ ਜਿਹੜੀ ਹੈ ਸਿੱਖਾਂ ਦੀ ਜਿਹੜੀ ਗਿਣਤੀ ਸੀ 22% ਸੀ, ਕਿ ਇਸ ਵੇਲੇ ਦੁਨੀਆ ਦੇ ਅੰਦਰ ਇੱਕ ਬੜਾ ਵੱਡਾ ਰਿਕਾਰਡ ਹੈ। ਸੋ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਰਿਹਾ ਹੈ, ਆਈਡੈਂਟੀਫਾਈ ਦੀ ਫੇਮਸ ਸਿੱਖ ਪਰਸਨੈਲਿਟੀ। ਹੁਣ ਤੁਹਾਨੂੰ ਇੱਕ ਸਿੱਖ ਪਰਸਨੈਲਿਟੀ ਦਾ ਚਿਹਰਾ ਦਿਖਾਇਆ ਜਾਏਗਾ ਫੋਟੋ ਰਾਹੀਂ, ਆਪ ਉਸ ਨੂੰ ਦੇਖੋਗੇ, ਕੁਝ ਲਮਹੇ ਕੁਝ ਮੂਵਮੈਂਟ ਹੋਣਗੇ, ਉਸ ਤੋਂ ਬਾਅਦ ਤੁਹਾਨੂੰ ਆਪਸ਼ਨ ਦਿੱਤੀਆਂ ਜਾਣਗੀਆਂ। ਕੰਪਿਊਟਰ ਜੀ ਉਹ ਚਿੱਤਰ ਦਿਖਾਇਆ ਜਾਵੇ। ਚਿੱਤਰ ਸਕਰੀਨ ਤੋਂ ਹਟ ਚੁੱਕਾ ਹੈ। ਤੁਹਾਡੀਆਂ ਆਪਸ਼ਨਸ ਨੇ ਏ ਗੁਰਨਾਮ ਸਿੰਘ, ਬੀ ਰਾਜਵਿੰਦਰ ਸਿੰਘ, ਸੀ ਜਗਮੀਤ ਸਿੰਘ, ਡੀ ਤਰਨਜੀਤ ਸਿੰਘ। ਸੋਚ ਕੇ ਜਵਾਬ ਦੇਣਾ। ਲਾਈਫ ਲਾਈਨ ਤੁਸੀਂ ਤਿੰਨੋਂ ਇਸਤੇਮਾਲ ਕਰ ਚੁੱਕੇ ਹੋ। ऑप्शन डी तरनजीत सिंह। ਸਮਾਂ ਹੈ, ਸੋਚਣਾ ਸੋਚ ਲਵੋ, ਨਹੀਂ ਤੇ ਮੈਂ ਲੌਕ ਕਰਾ ਦੇਣਾ। ਬਿਕੋਜ਼ ਹੌਟ ਸੀਟ ਤੇ ਬੈਠਾ ਬੰਦਾ ਸਾਡੇ ਵਾਸਤੇ ਜਾਂ ਤਾਂ ਕੰਪਿਊਟਰ
ਤੇ ਜਾਂ ਹੌਟ ਸੀਟ ਤੇ ਬੈਠਾ ਬੰਦਾ ਸਾਨੂੰ ਇਨਸਟਰਕਸ਼ਨ ਦਿੰਦਾ ਹੈ। ਜਿਸ ਤਰ੍ਹਾਂ ਕਹਿੰਦੇ ਹੋ ਅਸੀਂ ਕਰਨ ਨੂੰ ਤਿਆਰ ਹਾਂ। ਆਪਸ਼ਨ ਡੀ। ਆਪਸ਼ਨ ਡੀ ਲੌਕ ਕੀਤੀ ਜਾਵੇ ਜੀ, ਔਰ ਦੱਸਿਆ ਜਾਏ ਕਿ ਉੱਤਰ ਠੀਕ ਹੈ ਕਿ ਗਲਤ। ਇਹ ਉੱਤਰ ਬਿਲकुल ठीक है। ਤਾਂ ਕਸ਼ਮੀਰ ਸਿੰਘ ਜੀ 6 ਸਟੂਡੈਂਟ ਸ਼ਾਰਟਲਿਸਟਡ ਫॉर वन वे ट्रिप टू ਮਾਹ ਤੇ ਜਾਣ ਵਾਲੀ ਟੀਮ ਵਾਸਤੇ ਇਹਨਾਂ ਦਾ ਨਾਮ ਸ਼ਾਰਟਲਿਸਟ ਕੀਤਾ ਗਿਆ ਸੀ। ਤੁਹਾਡੇ ਵਾਸਤੇ ਵਧਾਈ ਵੀ ਹੈ ਕਿ ਤੁਸੀਂ ਇਸ ਪ੍ਰਸ਼ਨ 'ਚ ਅੱਗੇ ਵਧੇ ਹੋ। ਮੈਂ ਕੰਪਿਊਟਰ ਜੀ ਨੂੰ ਬੇਨਤੀ ਕਰਾਂਗਾ ਕਿ ਸਾਹ ਕਸ਼ਮੀਰ ਸਿੰਘ ਜੀ ਨੂੰ ਅਗਲਾ ਪ੍ਰਸ਼ਨ ਦਿੱਤਾ ਜਾਵੇ। In which year Punjabi was declared as one of the official language of Punjab? ਪੰਜਾਬ ਦੀ ਇਹ ਪੰਜਾਬੀ ਜਿਹੜੀ ਭਾਸ਼ਾ ਕਿਹੜੇ ਸਾਲ ਵਿਚਕਾਰ ਆਫੀਸ਼ੀਅਲ ਲੈਂਗੁਏਜ ਬਣਾਈ ਗਈ ਸੀ? ਤੁਹਾਡੀਆਂ ਆਪਸ਼ਨ ਨੇ 1788, B 1969, C 1891, D 1995। ਆਪਸ਼ਨ ਬੀ 1966। ਲੌਕ ਕਰ ਦਈਏ ਜੀ हाँ जी। ਕੰਪਿਊਟਰ ਜੀ ਆਪਸ਼ਨ ਬੀ ਨੂੰ ਲੌਕ ਕੀਤਾ ਜਾਵੇ। ਇਹ ਆਨਸਰ ਬਿਲਕੁਲ ਠੀਕ ਹੈ। 1966 ਦੇ ਵਿਚਕਾਰ ਪੰਜਾਬ ਵਿੱਚ ਇਹ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਐਲਾਨਿਆ ਗਿਆ। ਬਿਲਕੁਲ ਠੀਕ। ਬੜੇ ਥੋੜੇ ਆਨਸਰ ਰਹਿ ਗਏ ਨੇ ਅੱਗੇ ਪਹੁੰਚਣ ਵਾਸਤੇ। ਸੋ ਆਪ ਜੀ ਦੀ ਇਜਾਜ਼ਤ ਨਾਲ ਮੈਂ ਕੰਪਿਊਟਰ ਜੀ ਨੂੰ ਬੇਨਤੀ ਕਰਾਂਗਾ ਅਗਲਾ ਪ੍ਰਸ਼ਨ ਦਿੱਤਾ ਜਾਵੇ। ਆਈਡੈਂਟੀਫਾਈ ਦਾ ਸਿਰਲੇਖ ਫਰੋਮ ਰਹਿਰਾਸ ਸਾਹਿਬ। ਇਹ ਰਹਿਰਾਸ ਸਾਹਿਬ ਦੀ ਬਾਣੀ ਤੁਹਾਨੂੰ ਸੁਣਾਈ ਜਾਏਗੀ, ਉਹਦਾ ਸਿਰਲੇਖ ਦੱਸਣਾ ਹੋਏਗਾ, ਫਿਰ ਆਪਸ਼ਨ ਤੁਹਾਡੇ ਸਾਹਮਣੇ ਆਉਣਗੀਆਂ। ਕਿ ਕੰਪਿਊਟਰ ਜੀ ਆਡੀਓ ਕਲਿੱਪ ਜਾਰੀ ਕੀਤੀ ਜਾਵੇ। ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹਿ, ਤੁਝ ਬਿਨ ਦੂਜਾ ਕੋਈ ਨਾਹਿ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੋ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਦੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਖੁਦ ਬਿਨ ਦੂਜਾ ਅਵਰ ਨਾ ਕੋਏ। ਤੂੰ ਸੋ ਆਪਨੇ ਬਾਣੀ ਸੁਣੀ। ਹੁਣ ਤੁਹਾਡੀਆਂ ਆਪਸ਼ਨਸ ਨੇ ਰਾਗ ਗੁਜਰੀ ਮਹੱਲਾ ਪੰਜਵਾਂ, ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਚੌਥਾ, ਆਸਾ ਮਹੱਲਾ ਪੰਜਵਾਂ। ਆਪਸ਼ਨ ਸੀ ਆਸਾ ਮਹਿਲਾ ਚੌਥਾ। ਆਪਸ਼ਨ ਸੀ हाँ जी। ਲੌਕ ਕਰਤਾ ਜਾਵੇ। जी हाँ। ਕੰਪਿਊਟਰ ਜੀ ਆਪਸ਼ਨ ਸੀ ਲੌਕ ਕੀਤਾ ਜਾਵੇ। ਸਰਦਾਰ ਕਸ਼ਮੀਰ ਸਿੰਘ ਜੀ ਇਹ ਉੱਤਰ ਬਿਲਕੁਲ ਠੀਕ ਹੈ। ਇਹ ਉੱਤਰ ਤੁਹਾਡਾ ਬਿਲਕੁਲ ਠੀਕ ਹੈ ਕਿ ਇਹ ਸਿਰਲੇਖ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਆਸਾ ਮਹੱਲਾ ਚੌਥਾ ਦੇ ਸਿਰਲੇਖ ਦੇ ਹੇਠਾਂ ਹੈ। ਤਾਂ ਬਹੁਤ ਅੱਛਾ। ਹੁਣ ਮੈਂ ਬੇਨਤੀ ਕਰਾਂਗਾ ਕੰਪਿਊਟਰ ਜੀ ਨੂੰ ਅਗਲਾ ਪ੍ਰਸ਼ਨ ਦਿੱਤਾ ਜਾਵੇ। Who is the Chief of Staff of Western Command of Indian Army? ਜਿਹੜੀ ਇੰਡੀਅਨ ਆਰਮੀ ਹੈ ਉਹਦੇ ਵੈਸਟਰਨ ਯਾਨੀ ਕਿ ਪੱਛਮੀ ਕਮਾਂਡ ਦੇ ਚੀਫ ਆਫ ਸਟਾਫ ਜਿਹੜਾ ਹੈ ਉਹ ਕੌਣ ਨੇ? ਤੁਹਾਡੀਆਂ ਆਪਸ਼ਨਸ ਨੇ ਏ ਲੈਫਟੀਨੈਂਟ ਜਨਰਲ ਗੁਰਦੀਪ ਸਿੰਘ, ਬੀ ਮੇਜਰ ਰਾਜਦੀਪ ਸਿੰਘ, ਸੀ ਲੈਫਟੀਨੈਂਟ ਫਤਿਹ ਸਿੰਘ, ਡੀ ਲੈਫਟੀਨੈਂਟ ਜਨਰਲ ਗੁਰਪ੍ਰੀਤ ਸਿੰਘ। ਉੱਤਰ ਦਿੰਦੇ ਹੋ ਇਸ ਤੋਂ ਬਾਅਦ ਤੁਸੀਂ ਤੀਸਰੇ ਲੈਵਲ 'ਚ ਪ੍ਰਵੇਸ਼ ਕਰ ਜਾਓਗੇ ਔਰ ਸਮੇਂ ਦੀ ਸੀਮਾ ਸਮਾਪਤ ਹੋ ਜਾਏਗੀ। ਸੋਚ ਕੇ ਜਵਾਬ ਦੇਣਾ। ਸਮਾਂ ਦੌੜ ਰਿਹਾ, ਸਮੇਂ ਨੇ ਤੁਹਾਡੀ ਉਡੀਕ ਨਹੀਂ ਕਰਨੀ। ਸਾਡੇ ਦਰਸ਼ਕਾਂ ਦੀ ਵੀ ਧੜਕਣਾਂ ਵੱਧ ਗਈਆਂ ਤੁਹਾਡੇ ਨਾਲ। ਆਪਸ਼ਨ ਏ। ਆਪਸ਼ਨ ਏ ਲੌਕ ਕੀਤਾ ਜਾਵੇ। ਜੀ ਕੰਪਿਊਟਰ ਜੀ ਆਪਸ਼ਨ ਏ ਲੌਕ ਕੀਤੀ ਜਾਵੇ। ਸਰਦਾਰ ਕਸ਼ਮੀਰ ਸਿੰਘ ਜੀ ਇਸ ਉੱਤਰ ਦੇਣ ਦੇ ਨਾਲ ਤੁਸੀਂ ਲੈਵਲ 3 ਵਿੱਚ ਪ੍ਰਵੇਸ਼ ਕਰ ਗਏ ਹੋ। ਬਹੁਤ ਵਧੀਆ। ਲੈਫਟੀਨੈਂਟ ਜਨਰਲ ਗੁਰਦੀਪ ਸਿੰਘ ਜੀ ਜਿਹੜੇ ਕਿ ਵੈਸਟਰਨ ਕਮਾਂਡ ਦੇ ਇੰਡੀਅਨ ਆਰਮੀ ਦੇ ਚੀਫ ਹਨ, ਉਹ ਉਸ ਨੂੰ ਦੇਖ ਰਹੇ ਨੇ। ਬਿਲਕੁਲ ਠੀਕ ਹੈ। ਇਹ ਮੈਂ ਇੱਥੇ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ, ਅੱਜ ਦਾ ਸਮਾਂ ਫਿਰ ਸਮਾਪਤ ਹੋ ਗਿਆ ਔਰ ਅਗਲੇ ਹਫਤੇ ਤੁਸੀਂ ਸਾਡੇ ਰੋਲ ਓਵਰ ਪ੍ਰਤੀਯੋਗੀ ਰਹੋਗੇ, ਇਹਦਾ ਸਾਨੂੰ ਪੂਰਾ ਵਿਸ਼ਵਾਸ। ਲੈਵਲ 2 ਤੁਸੀਂ ਪਾਸ ਕਰ ਲਏ ਨੇ,
ਤੀਸਰੇ ਲੈਵਲ 'ਚ ਪ੍ਰਵੇਸ਼ ਕਰ ਗਏ ਹੋ ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਜਵਾਬ ਦੇ ਰਹੇ ਹੋ ਇਸ ਤਰੀਕੇ ਨਾਲ ਜਵਾਬ ਦਿੰਦੇ ਰਹੇ ਤੇ ਪ੍ਰਤੀਯੋਗਤਾ ਜਿੱਤ ਵੀ ਸਕਦੇ ਹੋ। ਆਪਣੇ ਦਰਸ਼ਕਾਂ ਦੇ ਪਾਸੋਂ ਅਸੀਂ ਅੱਜ ਇਸ ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾ ਤੋਂ ਅਸੀਂ ਇਜਾਜ਼ਤ ਲਵਾਂਗੇ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਅੱਗੇ ਵੱਧ ਸਕੀਏ, ਲੇਕਿਨ ਸਰਦਾਰ ਕਸ਼ਮੀਰ ਸਿੰਘ ਜੀ ਪੂਰੇ ਇਸ ਪ੍ਰਤੀਯੋਗਤਾ ਦੇ ਵਿੱਚ ਜਦੋਂ ਖੇਲ ਖੇਲ ਰਹੇ ਸਨ, ਜਦੋਂ ਗਿਆਨ ਸਾਗਰ ਵੱਧ ਰਹੇ ਸਨ, ਜਾਪਦਾ ਸੀ ਕਿ ਸ਼ਾਇਦ ਇਸ ਪ੍ਰਤੀਯੋਗਤਾ 'ਚੋਂ ਇਹ ਬਾਹਰ ਹੋ ਜਾਣਗੇ, ਲੇਕਿਨ ਸਮਾਂ ਰਹਿੰਦਿਆਂ ਹੋਇਆਂ ਲਾਈਫ ਲਾਈਨ ਇਸਤੇਮਾਲ ਕਰਦਿਆਂ ਹੀ ਇਹ ਪ੍ਰਤੀਯੋਗਤਾ ਦੇ ਵਿੱਚ ਅੱਗੇ ਵੱਧ ਗਏ ਨੇ। ਇਸ ਪ੍ਰਤੀਯੋਗਤਾ ਦੇ ਲਈ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਤੀਸਰੇ ਲੈਵਲ ਦੇ ਵਿੱਚ ਇਹ ਜਦੋਂ ਪ੍ਰਵੇਸ਼ ਕਰਨਗੇ ਔਰ ਸਵਾਲਾਂ ਦੇ ਜਵਾਬ ਦੇਣਗੇ। ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅਗਲੇ ਹਫਤੇ ਫਿਰ ਮਿਲਾਂਗੇ। ਇਤਨੀ ਬੇਨਤੀ ਦੇ ਨਾਲ ਆਪਕੋ ਵਿਦਾਇਗੀ ਲੈ ਰਹੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਇੱਕ ਆਡੀਅੰਸ ਕੁਐਸਚਨ ਪੁੱਛਿਆ ਗਿਆ, ਉਸ ਕੁਐਸਚਨ ਦਾ ਜਵਾਬ SMS ਰਾਹੀਂ WhatsApp ਤੇ ਜਾਂ Facebook ਤੇ ਸਾਡੇ ਪੇਜ ਤੇ ਆਓ ਬਣੀਏ ਗੁਰਸਿੱਖ ਪਿਆਰਾ ਦੇ Facebook ਦੇ ਪੇਜ ਤੇ ਜਾ ਕੇ ਉਹਦਾ ਉੱਤਰ ਦਿਓ। ਆਪ ਜੀ ਨੂੰ ਇਨਾਮ ਭੇਜੇ ਜਾਣਗੇ। ਘਰ ਬੈਠੇ ਆਪ ਜੋ ਹੈ ਆਓ ਬਣੀਏ ਗੁਰਸਿੱਖ ਪਿਆਰਾ ਦੇ ਪਰਿਵਾਰ ਦੇ ਨਾਲ ਆਪ ਨਾਲ ਸ਼ਾਮਲ ਹੋ ਸਕਦੇ ਹੋ। ਅਗਲੇ ਹਫਤੇ ਐਸੇ ਚੈਨਲ ਤੇ ਐਸੇ ਵੇਲੇ ਫਿਰ ਮਿਲਾਂਗੇ ਸਰਦਾਰ ਕਸ਼ਮੀਰ ਸਿੰਘ ਜੀ ਦੇ ਨਾਲ ਰੋਲ ਓਵਰ ਪ੍ਰਤੀਯੋਗੀਆਂ ਦੇ ਆਓ ਬਣੀਏ ਗੁਰਸਿੱਖ ਪਿਆਰਾ ਦੇ ਨਾਲ। ਇੱਦਾਂ ਹੀ ਅਸੀਸਾਂ ਬਣਾਈ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओ बनिए गुरसिख प्यारा, आओ बनिए गुरसिख प्यारा, आओ बनिए गुरसिख प्यारा, आओ बनिए गुरसिख प्यारा। सिक्खी दा इतिहास सुनहरा, सिक्खी दा इतिहास सुनहरा, गुरसिख प्यारा, आओ बनिए गुरसिख प्यारा, आओ बनिए गुरसिख प्यारा, आओ बनिए गुरसिख प्यारा।